ਤੇ ਮੈਂ ਐਸਡੀ ਕਾਲਜ ਦੇ ਵਿੱਚ ਲੈਕਚਰਰ ਆ 80 ਸਾਲ ਦੇ। ਤਾਂ ਉਹਨਾਂ ਦੇ ਮੂੰਹੋਂ ਤੋਂ ਨਾ ਮੈਂ ਸਿਰਫ ਅਸੀਸ ਸੁਣੀ। ਕੰਮ ਹੈ ਵੈਸੇ ਤਾਂ ਲੋਕ ਸਾਹਿਤ ਆ, PhD ਦਾ ਕੰਮ। ਤਾਂ ਦੇ ਵਿੱਚ ਜਿਵੇਂ ਸਾਡਾ ਆ ਗਿਆ ਘੋੜੀ, ਸੁਹਾਗ, ਸਿੱਠਣੀ, ਬੋਲੀਆਂ। ਸੋ ਆਮਦ ਹੁੰਦੀ ਹੈ ਤਾਂ ਲਿਖਦੇ ਹੋ ਜਾਂ ਦੁਨੀਆ ਦੇ ਵਿੱਚ ਵਿਚਰਦੇ ਹੋ ਤਾਂ ਲਿਖਦੇ ਹੋ? ਸਰਸਵਤੀ ਦਾ ਜੇ ਵਾਸਾ ਨਾ ਹੋਵੇ ਨਾ, ਤਾਂ ਆਸ਼ੀਰਵਾਦ ਨਾ ਹੋਵੇ ਤਾਂ ਬੰਦਾ ਲਿਖ ਨਹੀਂ ਸਕਦਾ। ਔਰਤ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ। ਔਰਤ ਹੀ ਔਰਤ ਦੀ ਵੈਰੀ ਹੈ। ਤੁਸੀਂ ਬੁੱਕ ਦਾ ਨਾਮ ਲਿਖਿਆ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕ ਗੀਤ ਰਣ ਝੁੰਝਣੇ, ਹੈ ਨਾ? ਇਹਦੇ ਚ ਵੀ ਹੈਗਾ ਏ ਇੱਕ ਮਤਲਬ ਜਦੋਂ ਬੱਚਾ 9 ਮਹੀਨੇ ਪੇਟ 'ਚ ਰੱਖਣਾ, ਲੇਡੀ ਦੇ ਕਿੰਨੇ ਮੂਵਮੈਂਟ, ਕਿੰਨੀਆਂ ਉਹਨੂੰ ਪ੍ਰੋਬਲਮਸ ਆਉਂਦੀਆਂ ਏ। ਕਹਾਰੋ ਪੀੜੋ ਮੇਰਾ ਡੋਲਾ ਜੀ ਮੈਂ ਕਰ ਪਈਏ ਜਾਣਾ। ਸੰਸਕਾਰਾਂ 'ਚ ਦਮ ਹੈ ਨਾ, ਤਾਂ ਉਹ ਘਰ ਹਰਿਆ ਭਰਿਆ। ਫਿਰ ਵੀ ਉਹਨਾਂ ਨੂੰ ਲੱਗਦਾ ਜਦੋਂ ਵੀ ਭੈਣਾਂ ਪੇਕੇ ਆਉਂਦੀਆਂ ਕੁਝ ਮੰਗਣ ਹੀ ਆਈਆਂ। ਘਰ ਬਾਰ ਨਾ ਉਹ ਜੀਆਂ ਨਾਲ ਸੌਂਦਾ ਹੈ। ਔਰਤਾਂ ਵੀ ਦੇਖੀਆਂ ਮੈਂ ਪਿੰਡਾਂ ਦੇ ਵਿੱਚ ਜਿਹੜੀਆਂ ਕਹਿੰਦੀਆਂ ਸਾਡੇ ਦੇਵੀ ਦੇਵਤੇ ਆ ਗਏ। ਰਵਿਦਾਸ ਜੀ ਨੇ ਕੱਚੀਆਂ ਗਾਉਂਦੇ ਵੀ ਪਾਲਿਆ ਸੀ ਤੇ ਕਬੀਰ ਜੀ ਨੇ ਕੱਪੜਾ ਬੁਣਦੇ ਪਾਲਿਆ ਸੀ। ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿੱਥੋਂ ਵੀ ਕੁਝ ਮੈਨੂੰ ਕੋਈ ਅੱਛਾ ਪੁਆਇੰਟ ਮਿਲਦਾ ਉਹਨੂੰ ਮੈਂ ਇਕੱਠੀ ਬਣਦੀ। ਬਾਕੀ ਦੇਖੋ ਜੀ ਕੋਈ 16 ਕਲਾ ਸੰਪੂਰਨਤਾ ਹੁੰਦਾ ਨਹੀਂ ਹੈਗਾ। ਹਮੇਸ਼ਾ ਬਹੁਤ ਖੁਸ਼ ਹੁੰਦੀ ਹੈ ਕਿ ਮੈਂ ਔਰਤਾਂ ਆਉਣ ਵਾਲੇ ਜਨਮਾਂ 'ਚ ਵੀ ਔਰਤ ਹੀ ਬਣਾ। ਮੈਂ ਵੀ ਬਹੁਤ ਖੁਸ਼ ਹਾਂ ਕਿ ਰੱਬ ਨੇ ਮੈਨੂੰ ਔਰਤ ਬਣਾਇਆ। ਰੋਟੀ ਅਸੀਂ ਚੁੱਲ੍ਹਾ ਤਾਂ ਹੀ ਬਾਲਾਂਗੇ ਨਾ ਜੇ ਬੰਦਾ ਮਤਲਬ ਬਾਹਰੋਂ ਲੱਕੜੀ ਲੈ ਕੇ ਆਏਗਾ। ਸੱਸ ਨੂੰ ਵੀ ਆਖਿਆ ਨਨਾਣ ਨੂੰ ਵੀ ਆਖਿਆ ਜੀ ਆਪੇ ਵੰਗਾ ਲਈਆਂ ਮੈਂ ਚੜਾ। ਮੇਰੀ ਪ੍ਰੀਖਿਆ ਲੈ ਰਹੇ ਹੋ, ਮੇਰੇ ਨਾਲ ਤਾਂ ਜ਼ਿਆਦਾ ਡਾਕਟਰ ਹੋ। ਸਗੇ ਬਾਪ ਤੇ ਵੀ ਇਤਬਾਰ ਨਹੀਂ। ਮੈਂ ਤਾਂ ਇਹੋ ਜਿਹੇ ਲੋਕਾਂ ਦਾ ਸਿਰ ਪਾੜਦੀ ਹਾਂ। ਦਾਰ ਤੇ ਪਹੁੰਚਣ ਲਈ ਇਨਕਾਰ ਜ਼ਰੂਰੀ ਏ। ਪਿਆਰ ਮੁਹੱਬਤ ਜੇਕਰ ਰੱਖਣਾ ਹੈ ਦੁਨੀਆ ਵਿੱਚ ਤਾਂ ਹਰ ਬਸਤੀ ਵਿੱਚ ਇੱਕ ਫਨਕਾਰ ਜ਼ਰੂਰੀ ਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਤੁਹਾਡੀ ਆਪਣੀ ਰਾਧਿਕਾ ਸ਼ਰਮਾ ਤੇ ਏਤਿਮਾਨ ਚੈਨਲ ਵੇਖ ਰਹੀ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਨਵੀਆਂ ਸ਼ਖਸੀਅਤਾਂ, ਨਵੀਂ ਰੂਹਾਂ, ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਡੀ ਰੂਹ ਨੂੰ ਸਕੂਨ ਵੀ ਮਿਲਦਾ ਏ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਏ। ਜੀ ਹਾਂ ਦੋਸਤੋ, ਅੱਜ ਗੱਲਬਾਤ ਕਰਾਂਗੇ ਇੱਕ ਸਾਹਿਤਕਾਰ ਦੇ ਨਾਲ। ਇੱਕ ਸਾਹਿਤਕਾਰ ਜਿਹੜੇ ਕਿ ਸਾਹਿਤ ਦੇ ਉੱਤੇ ਜਿਨ੍ਹਾਂ ਨੇ 3 ਉਹਨਾਂ ਦੀਆਂ ਬੁੱਕਸ ਵੀ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ। ਹਾਂਜੀ, ਇੱਕ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੁਨੀਤਾ ਰਾਣੀ ਜੀ। ਜੀ ਏਤਿਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਮੈਡਮ ਰਾਧਿਕਾ ਜੀ ਮੇਰੀ ਜਿਹੜੀਆਂ ਘਰ ਆਏ ਆ ਤੇ ਮੇਰੀ ਇੰਟਰਵਿਊ ਲੈ ਰਹੇ ਆ ਤੇ ਬਹੁਤ ਪਿਆਰੀਆਂ ਜਿਹੜੀਆਂ ਗੱਲਾਂ ਨਾਲ ਸਾਡਾ ਜਿਹੜਾ ਸਫ਼ਰ ਚੱਲੇਗਾ। ਬਹੁਤ ਬਹੁਤ ਸ਼ੁਕਰੀਆ ਏਤਿਮਾਨ ਚੈਨਲ ਦੀ ਹੋਰ ਵੀ ਟੀਮ ਜੋ ਸਾਡੇ ਕੋਲ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜੀ। ਸਭ ਤੋਂ ਪਹਿਲਾਂ ਸਾਹਿਤ, ਕਈਆਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਹਿਤ ਹੁੰਦਾ ਕੀ ਹੈ। ਸੋ ਸਾਹਿਤ ਤੇ ਪਹਿਲਾਂ ਚਾਨਣਾ ਪਾਓ। ਇੱਕ ਸਾਹਿਤਕਾਰ ਹੋ, ਕੀ ਕੁਆਲਿਟੀਜ਼ ਹੁੰਦੀਆਂ ਨੇ ਇੱਕ ਸਾਹਿਤਕਾਰ ਦੇ ਵਿੱਚ, ਇਸ ਗੱਲ ਤੇ ਚਾਨਣਾ ਪਾਓ। ਦੇਖੋ, ਇੱਕ ਸਾਡੇ ਕੋਲ ਸਾਹਿਤ ਦੀਆਂ ਵੀ 2 ਬਣਗੀਆਂ ਸਾਡੇ ਕੋਲ। ਇੱਕ ਤਾਂ ਹੈਗਾ ਸਾਡਾ ਵਿਸ਼ਿਸ਼ਟ ਸਾਹਿਤ, ਦੂਸਰਾ ਲੋਕ ਸਾਹਿਤ ਹੈ। ਤੇ ਜਿਹੜਾ ਮੇਰਾ ਕੰਮ ਹੈ ਵੈਸੇ ਤਾਂ ਲੋਕ ਸਾਹਿਤ ਆ, PhD ਦਾ ਕੰਮ। ਤੇ ਜਿਹੜਾ ਸਾਹਿਤ ਹੈ ਉਹ ਜਿਹੜਾ ਵਿਸ਼ਿਸ਼ਟ ਸਾਹਿਤ ਹੁੰਦਾ ਹੈ ਨਾ, ਉਹ ਸਾਡਾ ਇਹ ਹੁੰਦਾ ਵੀ ਸੂਝਵਾਨ ਜਿਹੜੇ ਵਿਦਵਾਨਾਂ ਵੱਲੋਂ ਜਿਹੜਾ ਇਹ ਸਮਾਜ ਨੂੰ ਘੋਖਦਿਆਂ ਪਰਖਦਿਆਂ ਜੋ ਵੀ ਉਹਦੀ ਦ੍ਰਿਸ਼ਟੀ ਬਣਦੀ ਆ ਉਹਨੂੰ ਲੈ ਕੇ ਉਹ ਜੋ ਵੀ ਆਪਣੇ ਮਨ ਦੇ ਬਲਬਲੇ ਆ ਉਹ ਕਾਗਜ਼ ਤੇ ਉਤਾਰਦਾ ਹੈ, ਉਹ ਵਿਸ਼ਿਸ਼ਟ ਸਾਹਿਤ ਹੈ। ਤੇ ਉਹਦੇ ਵਿੱਚ ਸਾਡਾ ਜਿਹੜਾ ਵੰਨਗੀਆਂ ਹੈਗੀਆਂ, ਕਹਿੰਦੇ ਸਾਡੀ ਕਵਿਤਾ ਹੋ ਜਾਂਦੀ ਆ, ਕਵਿਤਾਵਾਂ ਦੇ ਵੀ ਬਹੁਤ ਜ਼ਿਆਦਾ ਵੰਨਗੀਆਂ ਹੈ ਤੇ ਨਾਵਲ ਹੈ, ਕਹਾਣੀ ਹੈ, ਇਹ ਸਾਰੀਆਂ ਜਿਹੜੀਆਂ ਵਾਰਤਕ ਦੇ ਬਹੁਤ ਸਾਰੇ ਰੂਪ ਹੈ। ਤੇ ਜਿਹੜਾ ਲੋਕ ਸਾਹਿਤ ਆ ਉਹ ਤਾਂ ਆਮ ਲੋਕਾਂ ਦੇ ਬਲਬਲੇ ਆ, ਮਨ ਦੇ ਜਿਹੜੇ ਉਹਨਾਂ ਦੇ ਜ਼ਿੰਦਗੀ ਦੇ ਉਥਲ ਪੁਥਲ, ਜਿਹੜੇ ਜ਼ਿੰਦਗੀ ਦੇ ਚੜ੍ਹਾਅ ਆਉਂਦੇ ਆ, ਸੁੱਖਾਂ ਦੁੱਖਾਂ ਦੇ ਦਿਨ ਆਉਂਦੇ ਆ, ਉਹਨਾਂ ਨੂੰ ਉਹ ਇੱਕ ਲੈਅ ਦੇ ਵਿੱਚ ਜਿਹੜਾ ਹੈ ਉਹ ਆਪਣੇ ਜਿਹੜਾ ਹੈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਉਹਦੇ ਵਿੱਚ ਸਾਡੇ ਜਿਹੜੇ ਇੱਕ ਲੋਕ ਗੀਤ ਅਲੱਗ ਨਿਕਲ ਜਾਂਦੀ ਹੈ ਵੰਨਗੀ, ਇੱਕ ਸਾਡੀ ਜਿਹੜੀਆਂ ਕਥਾ ਕਹਾਣੀਆਂ ਦੀਆਂ ਵਿਭਿੰਨ ਵੰਨਗੀਆਂ ਨਿਕਲਦੀਆਂ ਏ। ਤੇ ਲੋਕ ਗੀਤਾਂ ਦੇ ਵਿੱਚ ਜਿਵੇਂ ਸਾਡਾ ਆ ਗਿਆ ਘੋੜੀ, ਸੁਹਾਗ, ਸਿੱਠਣੀ, ਬੋਲੀਆਂ। ਤੇ ਐਵੇਂ ਹੀ ਜਿਹੜੀਆਂ ਸਾਡੀਆਂ ਕਹਾਣੀਆਂ ਏ ਇਹਦੇ ਵਿੱਚ ਸਾਡੇ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਮੈਂ ਕਥਾ ਕਹਾਣੀਆਂ ਕਹਿੰਦੀ ਹੈ। ਵੈਸੇ ਬਹੁਤ ਸਾਰੇ ਮਿੱਥਕ ਵੀ ਕਹਿੰਦੇ ਆ, ਪਰ ਕਥਾ ਕਹਾਣੀਆਂ ਕਿਉਂਕਿ
ਉਹ ਜਿਹੜੀ ਸਾਡੀ ਸ਼ਰਧਾ ਹੈ ਉਹਨੂੰ ਅਸੀਂ ਲਿਤਾੜ ਨਹੀਂ ਸਕਦੇ ਹੈਗੇ। ਤੇ ਕਥਾ ਕਹਾਣੀ ਹੋ ਗਈ, ਫਿਰ ਸਾਡੀ ਜਿਹੜੀਆਂ ਹੋ ਗਿਆ ਦੰਤ ਕਥਾਵਾਂ, ਜਿਵੇਂ ਸਾਡੇ ਮਤਲਬ ਰਾਜਾ ਰਸਾਲੂ ਹੋਇਆ ਹੈ, ਮਹਾਨ ਸ਼ਖਸੀਅਤਾਂ ਜਿਨ੍ਹਾਂ ਨਾਲ ਕੋਈ ਸੁਸਾਇਟੀ ਨੂੰ, ਸਮਾਜ ਨੂੰ ਜਿਹੜਾ ਹੈ ਆਪਣੀ ਜਿਹੜੀ ਆ ਆਪਣੀ ਦੇਣ ਦਿੱਤੀ ਆ, ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਹੈ ਤੇ ਨਾਲ ਹੀ ਕੁਝ ਮਤਲਬ ਪ੍ਰਸ਼ੰਸਾ ਮਤਲਬ ਕੁਝ ਯਥਾਰਥ ਹੁੰਦਾ ਹੈ, ਕੁਝ ਮਨ ਘੜਤ ਵੀ ਹੁੰਦਾ ਹੈ, ਕਿਉਂਕਿ ਇੱਕ ਅੱਛਾ ਨਾਇਕ ਜਿਹੜਾ ਹੈ ਸਮਾਜ ਮੰਗਦਾ ਹੈ। ਫਿਰ ਆ ਗਿਆ ਆਮ ਕਹਾਣੀ, ਜਨ ਸਧਾਰਨ ਦੀਆਂ ਕਹਾਣੀਆਂ ਜਿਹਨੂੰ ਮੈਂ ਕਹਿੰਦੀ ਆ। ਉਹਦੇ ਵਿੱਚ ਕਿਆ ਹੈ, ਜਿਹੜਾ ਸਾਡਾ ਇਹ ਹੈ ਆਮ ਲੋਕ ਹੈ, ਜਿਵੇਂ ਸਾਡੇ ਘਰ ਗ੍ਰਸਤੀ ਦੇ ਨਾਲ ਜੁੜੀਆਂ ਹੋਈਆਂ ਹੈ, ਜੁੜੇ ਹੋਏ ਵੱਖ-ਵੱਖ ਪਹਿਲੂ ਆ, ਉਹਨਾਂ ਨੂੰ ਲੈ ਕੇ ਜੋ ਵੀ ਉਹ ਜਿਹੜਾ ਉਚਾਰਨ ਕਰਦੇ ਆ ਉਹ ਸਾਡੀਆਂ ਆਮ ਜਨ ਸਧਾਰਨ ਦੀਆਂ ਕਹਾਣੀਆਂ ਹੋ ਜਾਂਦੀਆਂ ਹੈ। ਓਕੇ, ਕਿਆ ਬਾਤ ਹੈ ਮੈਮ, ਸਾਹਿਤ ਨੂੰ ਤੁਸੀਂ ਪੂਰਾ ਚੰਗੀ ਤਰ੍ਹਾਂ ਵਿਆਖਿਆ ਕਰਤਾ ਹੋਣਾ, ਇਲਸਟ੍ਰੇਟ ਕਰਤਾ। ਓਕੇ, ਸੋ ਕਿੰਨੀ ਉਮਰ ਹੈ ਮੈਮ? ਕੀ ਤੁਹਾਡੀ ਕੁਆਲੀਫਿਕੇਸ਼ਨ ਹੈ? ਪਤਾ ਤਾਂ ਲੱਗੀ ਹੈ PhD ਕੀਤੀ ਹੈ, ਤਾਈਓ ਮੈਮ ਦੇ ਨਾਮ ਦੇ ਅੱਗੇ ਡਾਕਟਰ ਲੱਗਦਾ ਹੈ ਨਾ। ਆਪਣੀ ਪਰਸਨਲ ਜ਼ਿੰਦਗੀ ਬਾਰੇ ਥੋੜੀ ਇਨਫੋਰਮੇਸ਼ਨ ਦਿਓ, ਆਪਣੀ ਸ਼ਖਸੀਅਤ ਬਾਰੇ ਜਾਣੂ ਕਰਵਾਓ ਦਰਸ਼ਕਾਂ ਨੂੰ। ਮੇਰੀ ਏਜ ਜਿਹੜੀ ਹੈਗੀ ਆ 39 ਪਲੱਸ ਹੋ ਚੱਲੀ ਹੈ, ਤੇ 1982 ਦਾ ਜਿਹੜਾ ਕਾਗਜ਼ੀ ਮੇਰਾ ਡੇਟ ਆਫ ਬਰਥ ਹੈ, ਤੇ ਮੈਂ SD ਕਾਲਜ ਦੇ ਵਿੱਚ ਲੈਕਚਰਰ ਆ। ਤੇ ਜਿਹੜੇ ਮੇਰਾ ਪਰਿਵਾਰ ਹੈ ਉਹਦੇ ਵਿੱਚ ਮੇਰੇ ਮੰਮੀ ਪਾਪਾ, 3 ਸਿਸਟਰ ਆ ਅਸੀਂ, ਤੇ 2 ਬ੍ਰਦਰ ਸੀ, ਇੱਕ ਮਤਲਬ ਭਗਵਾਨ ਜੀ ਲੈ ਗਏ ਆ, ਤੇ ਇੱਕ ਇੰਜੀਨੀਅਰ ਹੈ ਮੇਰਾ ਬ੍ਰਦਰ, ਇਲੈਕਟ੍ਰੀਕਲ ਦਾ, ਸੋਲਰ ਪਲਾਂਟ ਦਾ ਕੰਮ ਹੈ ਉਹਨਾਂ ਦਾ। ਤੇ ਸਿਸਟਰ ਆ ਉਹ ਵੀ ਰਾਈਟਰ ਹੈ। ਵੱਡੇ ਦੀਦੀ ਆ ਉਹ ਘਰੇਲੂ ਹੈ, ਪਰ ਮਤਲਬ ਬਹੁਤ ਸੂਝਵਾਨ ਲੇਡੀ ਹੈ ਘਰ ਗ੍ਰਸਤੀ ਨੂੰ ਵੀ ਲੈ ਕੇ। ਜਿਹੜੇ ਲੇਖਕ ਹੁੰਦੇ ਨੇ ਇਹਨਾਂ ਨੂੰ, ਇਹ ਰੱਬ ਨੂੰ ਬਹੁਤ ਪਿਆਰੇ ਹੁੰਦੇ ਨੇ, ਇੱਕ ਤਾਂ ਬਹੁਤ ਨਾਜ਼ੁਕ ਦਿਲ ਹੁੰਦੇ ਨੇ। ਕਹਿੰਦੇ ਨੇ ਜਿਹੜੇ ਲੇਖਕ ਹੁੰਦੇ ਨੇ ਇਹਨਾਂ ਨੂੰ ਆਮਦ ਹੁੰਦੀ ਹੈ, ਇਹ ਕੁਦਰਤ ਹੈ ਜਿਹੜੀ ਪੂਰੀ ਕਾਇਨਾਤ, ਪੂਰਾ ਬ੍ਰਹਿਮੰਡ ਉਹਨਾਂ ਨੂੰ ਚੁਣਦਾ ਹੈ ਕੁਝ ਲਿਖਣ ਦੇ ਲਈ। ਸੋ ਆਮਦ ਹੁੰਦੀ ਹੈ ਤਾਂ ਲਿਖਦੇ ਹੋ, ਜਾਂ ਦੁਨੀਆ ਦੇ ਵਿੱਚ ਵਿਚਰਦੇ ਹੋ ਤਾਂ ਲਿਖਦੇ ਹੋ? ਇਹ ਮੈਂ ਦੋਨੋਂ ਚੀਜ਼ਾਂ ਨਾਲ ਲੈ ਕੇ ਚੱਲਦੀ ਆ, ਕਿਉਂਕਿ ਪ੍ਰਮਾਤਮਾ ਜਿਹੜੀ ਆ ਸਰਸਵਤੀ ਦਾ ਜੇ ਵਾਸਾ ਨਾ ਹੋਵੇ ਨਾ, ਤਾਂ ਆਸ਼ੀਰਵਾਦ ਨਾ ਹੋਵਾ, ਤਾਂ ਬੰਦਾ ਲਿਖ ਨਹੀਂ ਸਕਦਾ। ਬਾਕੀ ਅਸੀਂ ਸੁਸਾਇਟੀ ਦੇ ਵਿੱਚ ਵਿਚਰਦੇ ਆ, ਜੋ ਸਾਡੇ ਅਨੁਭਵ ਬਣਦੇ ਆ, ਉਹ ਮਤਲਬ ਉਹ ਇੱਕ ਦਿਨ ਤਾਂ ਫਿਰ ਮਨ ਦਾ ਜਿਹੜਾ ਵੇਗ ਆ ਉਹ ਫੁੱਟਣਾ ਸ਼ੁਰੂ ਹੋ ਜਾਂਦਾ ਏ, ਤੇ ਉਹ ਅਸੀਂ ਜਦੋਂ ਉਦੋਂ ਹੀ ਲਿਖ ਸਕਦੇ ਆ ਜਦੋਂ ਪ੍ਰਮਾਤਮਾ ਦੀ ਜਿਹੜੀ ਆਮਦ ਹੋਵੇ। ਕਦੋਂ ਹੋਈ ਸੀ ਆਮਦ? ਕਦੋਂ ਪਹਿਲਾ ਅਕਸ਼ਰ ਲਿਖਿਆ ਸੀ ਤੁਸੀਂ? ਤੇ ਮੈਂ ਜਿਹੜਾ ਮੇਰਾ ਫੋਕ ਦਾ ਹੀ ਕੰਮ ਸੀ, ਮੈਂ PhD ਲਈ ਸ਼ੁਰੂ ਕੀਤਾ ਸੀ ਕੰਮ, ਤੇ ਉਸ ਤੋਂ ਬਾਅਦ ਹੌਲੀ ਹੌਲੀ ਜੋ ਮੈਂ ਜਾਂਦੀ ਰਹੀ, ਲੋਕਾਂ ਦੇ ਵਿੱਚ ਵਿਚਰਦੀ ਰਹੀ ਆ, ਤੇ ਉਹਨਾਂ ਨੂੰ ਮਤਲਬ ਇੱਕ ਤਾਂ ਮੈਂ ਕੰਮ ਸਮੱਗਰੀ ਲੈਣ ਲਈ ਉਹਨਾਂ ਨਾਲ ਰਾਬਤਾ ਰੱਖਿਆ, ਦੂਸਰਾ ਮੈਂ ਜਦੋਂ ਉਹਨਾਂ ਨਾਲ ਬੈਠਦੀ ਸੀ ਰਾਤਾਂ ਨੂੰ ਜਾਂ ਦਿਨਾਂ ਨੂੰ, ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਏ, ਜਿਹੜੇ ਉਹਨਾਂ ਦੇ ਮਤਲਬ ਨਿੱਜੀ ਜ਼ਿੰਦਗੀ ਦੇ ਨੂੰ ਲੈ ਕੇ, ਮਤਲਬ ਚਾਹੇ ਉਹ ਲੇਡੀ ਸੀ ਚਾਹੇ ਜੈਂਟਸ ਜੀ, ਜੋ ਘਰੇਲੂ ਮਤਲਬ ਜਿਹੜੇ ਦੁੱਖ ਸੁੱਖ ਦੀਆਂ ਪੀੜਾਂ ਦੇ ਵਿੱਚ ਉਹ ਮਤਲਬ ਉਹਨਾਂ ਨੂੰ ਮੈਂ ਸੁਣਦੀ ਰਹਿੰਦੀ ਸੀ। ਤੇ ਉੱਥੋਂ ਜਿਹੜਾ ਇਹ ਮੇਰਾ ਮਨ ਦਾ ਲਾਵਾ ਜਿਹੜਾ ਹੋਇਆ, ਫਿਰ ਜ਼ਿਆਦਾ ਕਰਕੇ ਮੈਨੂੰ ਜਿਹੜਾ ਬਹੁਤ ਜ਼ਿਆਦਾ ਤਰਾਸਦੀ ਵਾਲਾ ਦੌਰ ਸਾਡਾ ਕਿਸਾਨੀ ਸੰਕਟ ਜਿਹੜਾ ਆਇਆ ਹੈ, ਇਹਨੂੰ ਲੈ ਕੇ ਫਿਰ ਮੈਂ ਜਿਹੜਾ ਲਿਖਣਾ ਕਵਿਤਾ ਦੇ ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਹੈ। ਤੇ ਮੇਰੀ ਪਹਿਲੀ ਕਵਿਤਾ ਆਈ ਸੀ ਹਾਲੀ ਪਾਲੀ, ਤੇ ਉਸ ਤੋਂ ਬਾਅਦ ਹਜੇ ਤਾਂ ਮੈਂ ਬੁੱਕ ਦਾ ਰੂਪ ਦੇਵਾਂਗੀ, ਤੇ ਚੱਲ ਰਿਹਾ ਹੈ ਕੰਮ, ਲਿਖੀ ਜਾ ਰਹੀ ਆ। ਤੇ ਵੈਸੇ ਆਨਲਾਈਨ ਵਗੈਰਾ ਜੋ ਮੈਗਜ਼ੀਨ ਹੁੰਦੇ ਆ ਜਾਂ ਅਖਬਾਰਾਂ, ਤੇ ਉਹਨਾਂ 'ਚ ਦੇਣ ਦੀ ਕੋਸ਼ਿਸ਼ ਕਰਦੀ ਆ, ਤਾਂ ਜੋ ਮੇਰੀ ਆਵਾਜ਼ ਆਮ ਜਨਤਾ ਤੱਕ, ਜਾਂ ਜਿਹੜੇ ਮਤਲਬ ਰਾਜਨੀਤਿਕ ਮਤਲਬ ਜਿਹੜੀਆਂ ਚਾਲਾਂ ਹੈ ਉਹਨਾਂ ਤੱਕ ਪਹੁੰਚ ਸਕੇ, ਵੀ ਜਿਹੜਾ ਸਾਡਾ ਇਹ ਸ੍ਰਿਸ਼ਟੀ ਹੈ ਨਾ ਉਹ ਇਨਸਾਨੀਅਤ ਨਾਲ ਭਰੀ ਹੋਣੀ ਚਾਹੀਦੀ ਹੈ। ਕਹਿੰਦੇ ਨੇ ਪੁਰਸ਼ ਪਰਮਾਤਮਾ ਹੁੰਦਾ ਹੈ ਨਾ, ਤੇ ਔਰਤ ਕੁਦਰਤ ਹੈ, ਤੇ ਕੁਦਰਤ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ ਨਾ। ਸੋ ਐਜ਼ ਅ ਲੇਡੀ ਹੈ ਨਾ, ਕੀ ਫੀਲ ਕਰਦੇ ਹੋ ਸਮਾਜ ਦੇ ਵਿੱਚ? ਕੀ ਮਹਿਸੂਸ ਕੀਤਾ ਜਦੋਂ ਗੱਲਾਂ ਕੀਤੀਆਂ ਬਜ਼ੁਰਗਾਂ ਦੇ ਨਾਲ? ਅੱਜ ਕੱਲ੍ਹ ਜੇ ਦੇਖਿਆ ਜਾਵੇ, कहते हैं कि मुसाफिर ही मुसाफिर है हर तरफ, मगर हर शख्स तन्हा चल रहा है। ਅੰਦਰੋਂ ਹਰ ਇੱਕ ਬੰਦਾ ਇਕੱਲਾ ਹੈ, ਕਿਸੇ ਕੋਲ ਇੰਨਾ ਵੇਲ ਨਹੀਂ ਕਿ ਹਰ ਇੱਕ ਬੰਦਾ ਭਰਿਆ ਪਿਆ, ਪਰ ਉਹਦੇ ਕੋਲ ਕੋਈ ਹੈ ਨਹੀਂ ਇਹੋ ਜਿਹਾ ਸ਼ਖਸ ਜਿਹਦੇ ਕੋਲ ਜਾ ਕੇ ਆਪਣੇ ਆਪ ਨੂੰ ਫਰੋਲ ਦੇਵੇ, ਖਾਲੀ ਹੋ ਜਾਵੇ। ਤਾਂ ਹੀ ਇੰਨੀਆਂ ਆਤਮ ਹੱਤਿਆਵਾਂ, ਸੁਸਾਈਡਸ ਹੋ ਰਹੇ ਨੇ ਹੈ ਨਾ। ਸੋ ਕੋਈ ਇਹੋ ਜਿਹਾ ਕਿੱਸਾ ਸਾਡੇ ਨਾਲ ਸ਼ੇਅਰ ਕਰੋ ਕਿਸੇ ਬਜ਼ੁਰਗ ਦੀ। ਜਿਵੇਂ ਮੈਂ ਇੱਕ ਕਹਾਣੀ ਪੜ੍ਹੀ ਸੀ, ਕਹਾਣੀ ਦਾ ਨਾਮ ਸੀ ਪੀੜਾਂ ਹੀ ਪੀੜਾਂ ਹੈ ਨਾ। ਮਤਲਬ ਔਰਤ ਨੂੰ ਬਹੁਤ ਜ਼ਿਆਦਾ ਸਹਿਣਾ ਪੈਂਦਾ ਏ, ਔਰਤ ਸਹਿਣਸ਼ੀਲਤਾ ਦੀ ਮੂਰਤ ਹੈ ਨਾ। ਕੁਝ ਇਹੋ ਜਿਹਾ ਕਿੱਸਾ ਜਿਹੜਾ ਤੁਹਾਡੇ ਜੀ ਨੇ ਰੂਹ ਨੂੰ ਝੰਜੋੜਿਆ ਹੋਵੇ, ਦਿਲ ਦੇ ਬਹੁਤ ਕਰੀਬ ਹੋਵੇ, ਤੇ ਤੁਸੀਂ ਲਿਖਿਆ ਵੀ ਹੋਵੇ? ਦੇਖੋ, ਮੇਰਾ ਜਿਹੜਾ ਲੋਕ ਸਾਹਿਤ ਆ ਉਹਦੇ ਵਿੱਚ ਹੀ ਬਹੁਤ ਕੁਝ ਆ ਜਾਂਦਾ ਹੈਗਾ, ਉਹ ਉਹਨਾਂ ਦੀ ਪੀੜਾ ਹੀ ਹੈ। ਤੇ ਵੈਸੇ ਮਤਲਬ ਮਨ ਮੈਨੂੰ
ਇੱਕ ਮਤਲਬ ਜਿਹੜਾ ਲੇਡੀਜ਼ ਦੀ ਤਰਾਸਦੀ ਮੈਨੂੰ ਬਹੁਤ ਉਹ ਲੱਗੀ ਸੀਗੀ ਵੀ ਦੇਖੋ ਉਹ ਬੱਚੇ ਨੂੰ ਜਨਮ ਦਿੰਦੀ ਹੈ, ਪਰ ਜਿਹੜੇ ਆ ਲੇਡੀਜ਼ ਮਤਲਬ ਸੱਸ ਰੂਪ ਦੇ ਵਿੱਚ ਹੈ ਤੇ ਜਿਹੜੇ ਆ ਉਹਨੂੰ ਮਤਲਬ ਉਹਨਾਂ ਉਹਦੇ ਨਾਲ ਮੋਹ ਨਹੀਂ ਪੈਣ ਦਿੰਦੇ ਹੈਗੇ। ਤਾਂ ਉਹ ਮੈਨੂੰ ਬਹੁਤ ਉਹ ਲੱਗਿਆ ਕਿ ਮਤਲਬ ਇੱਕ ਹਰ ਲੇਡੀ ਮੈਨੂੰ ਐਂ ਹੁੰਦਾ, ਕੁਦਰਤ ਤੁਸੀਂ ਮੈਨੂੰ ਬਹੁਤ ਮੇਰੇ ਮਨ ਦੀ ਗੱਲ ਕਹੀ ਆ ਵੀ ਕੁਦਰਤ ਆ ਉਹ ਲੇਡੀਜ਼ ਰੂਪ ਹੀ ਹੈ ਤੇ ਜਿਹੜੀ ਕੁਦਰਤ ਆ ਇਨਸਾਫ ਦੀ ਮੂਰਤ ਵੀ ਹੈਗੀ ਆ, ਮਮਤਾ ਦੀ ਸਾਗਰ ਹੈ ਤੇ ਉਹ ਮੈਨੂੰ ਲੱਗਦਾ ਵੀ ਹਰ ਇੱਕ ਔਰਤ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ। ਔਰਤ ਨੂੰ ਔਰਤ ਦੀ ਨਹੀਂ ਸਗੋਂ ਸਮੁੱਚੀ ਸਾਡੇ ਜਿਹੜੇ ਮਨੁੱਖੀ ਜੀਵ ਆ ਸੀ ਉਹਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਪਰ ਔਰਤ ਹੀ ਔਰਤ ਦੀ ਵੈਰੀ ਹੈ। ਓਕੇ, ਸੋ ਕੋਈ ਸੁਣਾ ਦਿਓ ਤੁਹਾਡੇ ਦਿਲ ਦੇ ਕਰੀਬ, ਤੁਹਾਡੀ ਲਿਖਤਾਂ ਦੇ ਵਿੱਚ ਜਿਹੜੀ ਵੀ ਤੁਹਾਡੇ ਦਿਲ ਦੇ ਕਰੀਬ ਹੋਵੇ ਉਹ ਲਿਖਤ ਸਾਨੂੰ ਥੋੜਾ ਸੁਣਾ ਦਿਓ ਆਪਣੀ ਜ਼ੁਬਾਨੀ। ਤੇ ਲਿਖਤ ਤਾਂ ਮੈਂ ਲੋਕ ਸਾਹਿਤਾ ਕਾਫੀ ਇਕੱਠਾ ਕਰਿਆ ਹੈ, ਜਿਵੇਂ ਹੁਣ ਮੇਰਾ ਇਹ ਬੁੱਕਸ ਆ ਚੁੱਕੀਆਂ ਹੈ। ਹਾਂਜੀ। ਤੇ ਪਹਿਲੀ ਆਈ ਸੀ ਮੈਂ ਕਰੀ ਸੀ ਸੋਹਣੀ ਮੌਲਵੀ ਤੇ ਫਕੀਰ ਲੋਕ ਟੋਟਕਿਆਂ ਦੀ ਆ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਇਹ ਆਪਾਂ ਰਣ ਝੁੰਝਣੇ। ਅੱਛਾ ਜੀ। ਤੇ ਇਹਦੇ ਵਿੱਚ ਰਣ ਝੁੰਝਣੇ ਜਿਹੜੇ ਹੈਗੇ ਆ ਲੋਕ ਗੀਤ ਹੈ ਸਾਡੇ ਉਹਦੇ ਵਿੱਚ ਹੈ। ਕਹਿੰਦੇ ਜਿਹੜੇ ਜਦੋਂ ਬੱਚਾ ਹੁੰਦਾ ਹੈ ਤਾਂ ਉਦੋਂ ਮਤਲਬ ਜਿਹੜੇ ਮਨੋਭਾਵ ਹੈ ਉਸ ਟਾਈਮ ਦੇ ਔਰਤ ਦੇ ਅਭਿਅਕਤ ਹੁੰਦੇ ਆ ਤੇ ਆਲੇ ਦੁਆਲੇ ਜਿਹੜੇ ਆਂਢ ਗੁਆਂਢ ਹੁੰਦਾ ਹੈ ਉਹਨਾਂ ਨੂੰ ਵੀ ਚਾਅ ਤੇ ਖੁਸ਼ੀ ਹੁੰਦੀ ਆ। ਔਰ ਸਭ ਤੋਂ ਜ਼ਿਆਦਾ ਖੁਸ਼ੀ ਮਤਲਬ ਜਿਹੜੀ ਹੁੰਦੀ ਨਾ ਇੱਕ ਭੈਣ ਨੂੰ ਭਰਾ ਦੇ ਘਰ ਜੜ ਲੱਗਣ ਦੀ ਇੱਕ ਕਹਾਵਤ ਵੀ ਹੈਗੀ ਆ ਤੇ ਨਿਤ ਬ੍ਰਹਮੋ ਜਲ ਪਾਵਾਂ ਜਵੀਰਾ ਤੇਰੀ ਜੜ ਲੱਗ ਜੇ। ਤੇ ਉਹਦੇ ਵਿੱਚ ਇਹ ਆ ਵੀ ਜਿਹੜੀ ਨਣਦ ਹੈ ਜਿਹੜੀ ਮੁੰਡੇ ਦੀ ਭੈਣ ਆ ਉਹਦੇ ਨਿੱਘੇ ਅਹਿਸਾਸ ਕਿੰਨੇ ਆ, ਭਰਾ ਦੀ ਜਿਹੜੀ ਆ ਵੀ ਬੇਲ ਵਧੇ। ਤੇ ਇਵੇਂ ਇੱਕ ਰਣ ਝੁੰਝਣਾ ਹੈ ਜਿਹੜਾ ਮੈਂ ਤੁਹਾਨੂੰ ਇੱਥੋਂ ਸੁਣਾ ਦਾਂਗੀ। ਮੇਰੇ ਰਣ ਝੁੰਝਣੇ ਦਾ ਜਿਹੜਾ ਹੈਡਿੰਗ ਹੈ ਇਹ ਹੈਗਾ ਸਿਰਲੇਖ ਹੈ ਤੁਰੋ ਲਾਹੌਰੋਂ ਖਬਰਾਂ ਆਈਆਂ। ਨੀ ਤੁਰੋ ਲਾਹੌਰੋਂ ਖਬਰਾਂ ਆਈਆਂ ਸੋਹਣਿਓ ਜੀ ਪਾਬੋ ਨਗੀ ਗਾਜਾਇਆ। ਨੀ ਤੁਰੋ ਲਾਹੌਰੋਂ ਖਬਰਾਂ ਆਈਆਂ ਸੋਹਣਿਓ ਜੀ ਪਾਬੋ ਨਗੀ ਗਾਜਾਇਆ। ਵੇ ਉਠੋ ਕਹਾਰੋ ਪੀਰੋ ਮੇਰਾ ਡੋਲਾ ਉਠੋ ਕਹਾਰੋ ਪੀੜੋ ਮੇਰਾ ਡੋਲਾ ਜੀ ਮੈਂ ਕਰ ਪਈਏ ਜਾਣਾ। ਪਈਏ ਮੀਨਸ ਪੇਕੇ। ਬੁੱਕ ਦਾ ਨਾਮ ਲਿਖਿਆ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕ ਗੀਤ ਰਣ ਝੁੰਝਣੇ, ਹੈ ਨਾ? ਇਹ ਹੋਰ ਕਿਸੇ ਇਲਾਕੇ 'ਚ ਨਹੀਂ ਗਾਏ ਜਾਂਦੇ, ਸ਼੍ਰੀ ਅਨੰਦਪੁਰ ਸਾਹਿਬ 'ਚ ਗਾਏ ਜਾਂਦੇ ਨੇ? ਨਹੀਂ, ਇਹ ਵੱਖ-ਵੱਖ ਜਿਹੜੇ ਸ਼ਬਦਾਂ ਦੇ ਨਾਲ ਮਤਲਬ ਹੋਰ ਏਰੀਆ 'ਚ ਵੀ ਗਾਏ ਜਾਂਦੇ ਆ। ਕਈ ਵਿੱਚ ਸੋਹਲੜੇ ਵੀ ਕਿਹਾ ਜਾਂਦਾ ਹੈ, ਹੋਰ ਵੀ ਕਈ ਨਾਂ ਹੈ ਤੇ ਮੈਂ ਬੁੱਕ 'ਚ ਦਿੱਤੇ ਵੀ ਹੈਗੇ ਜਿੰਨਾ ਕੁ ਮੇਰੀ ਇਨਫੋਰਮੇਸ਼ਨ ਬਣੀ ਹੈ। ਪਰ ਰਣ ਝੁੰਝਣਾ ਜਿਹੜਾ ਸ਼ਬਦ ਆ ਨਾ ਉਹ ਸਾਡੇ ਇੱਧਰ ਅਨੰਦਪੁਰ, ਕਿਉਂਕਿ ਰੋਪੜ ਤਾਂ ਮੇਰਾ ਜ਼ਿਲ੍ਹਾ ਪੈ ਜਾਂਦਾ ਪਰ ਜਿਹੜਾ ਮੇਰਾ ਏਰੀਆ ਹੈ ਉਹ ਤਹਿਸੀਲ ਸ਼੍ਰੀ ਅਨੰਦਪੁਰ ਦੇ ਵਿੱਚ ਨੂਰਪੁਰ ਬੇਦੀ ਦਾ ਇਲਾਕਾ ਪਿੰਡ ਗੱਦੀਵਾਲ ਹੈ ਤੇ ਉੱਥੋਂ ਹੀ ਉਸ ਏਰੀਆ 'ਚੋਂ ਮੈਂ ਇਹ ਜਿਹੜਾ ਹੈ ਲਿਆ ਹੈ ਮਟੀਰੀਅਲ ਜਿੰਨਾ ਵੀ ਹੈ ਸਮੱਗਰੀ ਲਈ ਹੈ। ਤੇ ਬਾਕੀ ਇਸੀ ਏਰੀਆ ਦੇ ਵਿੱਚ ਮੈਂ ਬਹੁਤ ਖੋਜ ਕੀਤੀ ਹੈ ਵੀ ਇੱਥੇ ਹੋਰ ਸ਼ਬਦ ਵੀ ਵਰਤਿਆ ਜਾਂਦਾ ਹੈ ਤੇ ਨਹੀਂ ਮੈਨੂੰ ਇਹੀ ਰਣ ਝੁੰਝਣਾ ਸ਼ਬਦ ਹੀ ਜਿਹੜਾ ਇਹ ਲੱਗਿਆ ਹੈ ਮੈਨੂੰ। ਭੈਣਾਂ ਨੂੰ ਹਮੇਸ਼ਾ ਚਾਅ ਹੁੰਦਾ ਹੈ ਵੀਰਿਆਂ ਦਾ ਤੇ ਮੀਨਸ ਭੈਣਾਂ ਦਾ ਵੀਰਿਆਂ ਨਾਲ ਕਿੰਨਾ ਪਿਆਰ ਹੁੰਦਾ ਹੈ ਪਰ ਵੀਰਿਆਂ ਦਾ ਨਹੀਂ ਭੈਣਾਂ ਨਾਲ ਹੁੰਦਾ। ਨਹੀਂ, ਸਾਨੂੰ ਲੱਗਦਾ ਹੈ ਕਿ ਜਿੰਨਾ ਪਿਆਰ ਭੈਣਾਂ ਔਰਤ ਆਪਣੇ ਵੀਰੇ ਨੂੰ ਕਰਦੀ ਹੈ ਨਾ, ਕਿਉਂਕਿ ਕਹਿੰਦੇ ਕਿ ਵੀਰਾ ਹੁੰਦਾ ਤੇ ਇੱਕ ਬਾਪ ਹੁੰਦਾ ਜਿਹੜਾ ਮਤਲਬ ਔਰਤ ਨੂੰ। ਹੁਣ ਮੈਂ ਚਲੋ ਤੁਹਾਨੂੰ ਟੋਕ ਦਿੱਤਾ ਹੈ, ਜੇ ਸਾਡੇ ਸੰਸਕਾਰਾਂ 'ਚ ਦਮ ਹੈ ਹੈ ਨਾ ਤਾਂ ਉਹ ਘਰ ਹਰਿਆ ਭਰਿਆ ਹੈ, ਜੇ ਨਹੀਂ ਹੈ ਤਾਂ ਉਹ ਉਖੜੇ ਹੀ ਉਖੜੇ ਹੈ। ਪਰ ਫਿਰ ਵੀ ਜਿਵੇਂ ਅਸੀਂ ਗੱਲਾਂ ਬਾਤਾਂ ਅਸੀਂ ਰੱਖੜੀ ਤੇ ਜਿੰਨਾ ਭਾਈਆਂ ਨਾਲ ਹੁੰਦਾ ਹੈ ਭਾਈਆਂ ਦਾ ਵੀ ਭੈਣਾਂ ਨਾਲ ਉਨਾ ਮੋਹ ਹੁੰਦਾ ਹੈ। ਮੈਂ ਇਸ ਚੀਜ਼ ਨੂੰ ਸ਼ਾਇਦ ਹੁੰਦਾ ਹੋਣਾ। ਵੈਸੇ ਜਦੋਂ ਅਸੀਂ ਰੱਖੜੀ ਤੇ ਇੱਕ ਪ੍ਰੋਗਰਾਮ ਕੀਤਾ ਸੀ ਸਾਡੇ ਦਰਸ਼ਕਾਂ ਨੇ ਬੜਾ ਪਿਆਰ ਦਿੱਤਾ ਸੀ, ਅਸੀਂ ਸਾਰੀਆਂ ਭੈਣਾਂ ਦੇ ਨਾਲ ਗੱਲਬਾਤ ਕੀਤੀ ਸੀ, ਜਿੰਨੀਆਂ ਵੀ ਭੈਣਾਂ ਜਦੋਂ ਗੱਲ ਕਰਦੀ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂ ਸੀ, ਹੈ ਨਾ? ਸੋ ਅਸੀਂ ਮਹਿਸੂਸ ਕੀਤੀਆਂ ਇਹ ਗੱਲਾਂ ਕਿ ਭੈਣਾਂ ਤਾਂ ਹਮੇਸ਼ਾ ਮਾਪਿਆਂ ਨਾਲ ਜੁੜੀਆਂ ਰਹਿੰਦੀਆਂ, ਵੀਰਿਆਂ ਨੂੰ ਪਿਆਰ ਕਰਦੀਆਂ ਨੇ ਪਰ ਵੀਰੇ ਫਿਰ ਵੀ ਉਹਨਾਂ ਨੂੰ ਲੱਗਦਾ ਜਦੋਂ ਵੀ ਭੈਣਾਂ ਪੇਕੇ ਆਉਂਦੀਆਂ ਨੇ ਕੁਝ ਮੰਗਣ ਹੀ ਆਈਆਂ। ਸੋ ਇਹੋ ਜਿਹੀਆਂ ਚੀਜ਼ਾਂ ਚਲੋ ਸਮਾਜ 'ਚ ਦੇਖਣ ਨੂੰ ਮਿਲਦੀਆਂ ਨੇ। ਸਾਡੀ ਪਦਾਰਥਿਕ ਸੋਚ ਹੈ। ਹਾਂਜੀ, ਜੇ ਅਸੀਂ ਪਦਾਰਥਿਕ ਸੋਚ ਨੂੰ ਤਿਆਗ ਕੇ ਨਾ ਥੋੜੇ ਭਾਵੁਕ ਹੋ ਕੇ ਚੱਲੀਏ, ਰਿਸ਼ਤੇ ਮੈਂ ਕਹਿੰਦੀ ਭਾਵੁਕਤਾ ਦੇ ਪਸਾਰ ਹੀ ਹੁੰਦੇ ਆ, ਜੇ ਇਹਦੇ ਵਿੱਚੋਂ ਭਾਵਨਾ ਖਤਮ ਨਹੀਂ ਕਰਨੀ ਚਾਹੀਦੀ। ਕੋਈ ਵੀ ਹੈ ਰਿਸ਼ਤਾ, ਕੋਈ ਵੀ ਹੈ, ਕਿੰਨੀਆਂ ਸਾਡੀਆਂ ਪੀੜ੍ਹੀਆਂ ਪੁਰਾਣੇ ਵੇਲਿਆਂ ਦੇ ਵਿੱਚ ਕਿੰਨਾ ਮੈਨੂੰ ਹੁਣ ਵੀ ਯਾਦ ਆ। ਅਸੀਂ ਨਾਨਕੇ ਸਾਡਾ ਜਿਹੜਾ ਜ਼ਿਆਦਾ ਟਾਈਮ ਆ ਨਾ ਭਰਤਗੜ੍ਹ ਮੇਰੇ ਨਾਨਕੇ ਆ, ਬੜਾ ਪਿੰਡ ਹੈ ਭਰਤਗੜ੍ਹ 'ਚ। ਤਾਂ ਮੈਂ ਇਹ ਦੇਖਦੀ ਸੀ ਅੱਜ ਤੋਂ ਮਤਲਬ 15 ਕੁ ਸਾਲ ਪਹਿਲਾਂ ਦੀ ਉਹ ਗੱਲ ਹੈ
ਤੇ 15 ਜਾਂ 18 19 ਸਾਲ ਦੀ ਰੱਖ ਲਓ ਇੰਨੀ ਕੁ ਵੀ ਮਤਲਬ ਕਿੱਥਾਂ ਸਾਡੇ ਬਾਉਂਡਰੀਆਂ ਨਹੀਂ ਹੁੰਦੀਆਂ ਸੀ ਘਰਾਂ ਦੇ ਵਿੱਚ, ਬਗਲ ਨਹੀਂ ਤੇ ਹੁੰਦੇ ਹੈਗੇ, ਸਾਰੇ ਵਿਹੜਿਆਂ ਦੇ ਵਿੱਚ ਮੰਜੇ ਢਾ ਕੇ ਇੱਕ ਦੂਜੇ ਦਾ ਰਾਤ ਨੂੰ ਜਦ ਤੱਕ ਹਾਲ ਚਾਲ ਚੰਗੀ ਤਰ੍ਹਾਂ ਪੁੱਛ ਨਹੀਂ ਲੈਂਦੇ ਹੈਗੇ ਵੀ ਤੈਂ ਕਿਆ ਕੀਤਾ, ਕਿਆ ਹੈ ਭਾਈ ਸਵੇਰ ਨੂੰ, ਹੈ ਨਾ, ਕਿਵੇਂ ਇੱਕ ਦੂਜੇ ਨਾਲ ਸਾਂਝ ਨਹੀਂ ਤੇ ਪਾਉਂਦੇ ਹੈਗੇ, ਜਦ ਤੱਕ ਉਹਨਾਂ ਨੂੰ ਮਤਲਬ ਨੀਂਦ ਨਹੀਂ ਸੀ ਆਉਂਦੀ ਹੈਗੀ। ਮੈਂ ਇਹ ਹੈ ਵੀ ਭਾਵੁਕਤਾ ਜਿਹੜੀ ਹੈ ਨਾ, ਇਹ ਸਾਰਾ ਕੁਛ ਸਾਡਾ ਮਤਲਬ ਇਹ ਆ, ਅਸੀਂ ਆਹ ਮੋਬਾਇਲਾਂ ਦੇ ਚੱਕਰਾਂ 'ਚ ਵੀ ਮਤਲਬ ਬਹੁਤ ਕੁਝ ਜਿਹੜਾ ਚੰਗਾ ਹੈ ਉਹ ਅਸੀਂ ਦੇਖ ਨਹੀਂ ਰਹੇ ਹੈਗੇ, ਉਹਨੂੰ ਅਸੀਂ ਫੋਲੋ ਨਹੀਂ ਕਰਦੇ ਹੈਗੇ, ਤੇ ਜੋ ਗਲਤ ਹੈ ਉਹਦੇ ਵੱਲ ਜਿਹੜੀ ਸਾਡੀ ਜਨਰੇਸ਼ਨ ਜਾ ਰਹੀ ਹੈ, ਇਹਦਾ ਇਹ ਵੀ ਕਾਰਨ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚੋਂ ਸਾਡੀ ਜਿਹੜੀ ਸਾਂਝ ਆ ਉਹ ਖਤਮ ਹੋ ਰਹੀ ਹੈ। ਤਾਂ ਮੈਨੂੰ ਐਂ ਲੱਗਦਾ, ਮੈਂ ਇੱਕੋ ਹੀ ਗੱਲ ਕਹਾਂ ਵੀ ਸਾਰਿਆਂ ਨੂੰ ਵੀ ਜਿਹੜਾ ਘਰ-ਬਾਰ ਆ ਨਾ ਉਹ ਜੀਆਂ ਨਾਲ ਸੌਂਦਾ ਹੈ, ਜੀਆਂ ਤੋਂ ਬਿਨਾਂ ਘਰ-ਬਾਰ ਕੋਈ ਨਹੀਂ ਹੈਗਾ। ਇਕੱਲੇ ਕਮਰੇ ਜਿੰਨੇ ਮਰਜ਼ੀ ਹੋਣ, ਕਮਰੇ ਦੇ ਵਿੱਚ ਤੁਹਾਨੂੰ ਮਤਲਬ ਉਹ ਜਿਹੜੀ, ਜੇ ਤੁਹਾਡਾ ਇੱਕ ਵੀ ਰੂਮ ਹੈ, 2 ਰੂਮ ਹੈ, ਜੇ ਤੁਹਾਡੇ ਘਰਾਂ ਦੇ ਵਿੱਚ ਜੀਆਂ ਦਾ ਵਾਧਾ ਹੈ ਤਾਂ ਸਮਝੋ ਤੁਹਾਡਾ, ਤੁਸੀਂ ਮਤਲਬ ਇਹ ਜਨਮ, ਮਨੁੱਖੀ ਜਨਮ ਜਿਹੜਾ ਤੁਹਾਡਾ ਸਫਲ ਹੋ ਗਿਆ ਹੈ। ਤਾਂ ਜਿਹੜੇ ਰਿਸ਼ਤੇ ਆ ਉਹ ਸਾਡਾ ਰੱਬ ਰੂਪ ਹੀ ਹੁੰਦੇ ਹੈ। ਸੱਚੀ ਗੱਲ ਕਿ ਅੱਜ ਕੱਲ੍ਹ ਵੀ ਕਈ ਜੁਆਇੰਟ ਫੈਮਿਲੀਜ਼ ਹੈਗੀ ਨੇ ਜਿਨ੍ਹਾਂ ਤੋਂ ਕੁਝ ਸਿੱਖਣ ਨੂੰ ਮਿਲਦਾ, ਪਰ ਇਹੋ ਜਿਹੇ ਪਰਿਵਾਰ ਵੀ ਨੇ ਜਿੱਥੇ ਕਰੋੜਾਂ ਦੀਆਂ ਕੋਠੀਆਂ ਨੂੰ ਜਿੰਦੇ ਲੱਗੇ ਹੋਏ ਨੇ, ਜਾਂ ਫਿਰ ਇਹੋ ਜਿਹੇ ਪਰਿਵਾਰ ਨੇ ਜਿਹੜੇ ਇਕੱਠੇ ਬਹਿੰਦੇ ਨੇ ਪਰ ਸਾਰੇ ਆਪਣੇ ਆਪਣੇ ਫੋਨਸ ਤੇ ਲੱਗੇ ਹੋਏ ਨੇ। ਬਜ਼ੁਰਗਾਂ ਦਾ ਸਤਿਕਾਰ ਨਹੀਂ, ਬਜ਼ੁਰਗਾਂ ਕੋਲ ਅੱਜ ਕੱਲ੍ਹ ਕੋਈ ਨਹੀਂ ਬਹਿੰਦਾ। ਸੋ ਕੁਝ ਹੋਰ ਸਾਹਿਤ ਬਾਰੇ ਦੱਸਣਾ ਚਾਹੁੰਦੇ ਹੋਵੋ, ਆਪਣੀ ਕੋਈ ਕਵਿਤਾ, ਕੋਈ ਵੀ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ? ਤੇ ਕਵਿਤਾ ਮੈਂ ਲਿਖੀ ਸੀ, ਕਵਿਤਾਵਾਂ ਤਾਂ ਮੈਂ ਕਿਸਾਨੀ ਸੰਕਟ ਨੂੰ ਲੈ ਕੇ ਲਿਖੇ, ਪਰ ਇੱਕ ਮੈਂ ਤੁਹਾਨੂੰ ਸੁਣਾ ਖੁਸ਼ੀ ਦੀ ਗੱਲ ਹੈ ਕਿਸਾਨੀ ਸੰਕਟ ਹੁਣ ਅਸੀਂ ਜਿੱਤ ਚੁੱਕੇ ਹਾਂ, ਸੰਘਰਸ਼ ਚੁੱਕੇ ਆ, ਨਿਕਲ ਗਏ ਆ, ਪਰਮਾਤਮਾ ਦਾ ਬਹੁਤ ਬਹੁਤ ਮੈਂ ਤਾਂ ਸ਼ੁਕਰ ਕੀਤਾ ਸੀ। ਤੇ ਮੈਂ ਲਿਖੀ ਸੀ ਇੱਕ, ਹੁਣ ਕਿ 2-4 ਦਿਨ ਪਹਿਲਾਂ ਹੀ ਲਿਖੀ ਸੀ, ਅਜੇ ਉਪਕਾਰ ਹੈ, ਅਜੇ ਉਪਕਾਰ ਹੈ ਨਾ ਦੁਨੀਆ ਦੇ ਵਿੱਚ ਅੰਧਕਾਰ ਦਾ ਰਾਜ ਹੈ, ਸੂਰਜ ਦੀ ਲਾਲੀ, ਚੰਨ ਚਾਨਣੀ, ਰਿਸ਼ਮਾਂ ਦਾ ਕੋਸਾ ਕੋਸਾ ਅਹਿਸਾਸ ਹੈ, ਅੱਗ ਅੰਗਿਆਰਿਆਂ ਦੇ ਭਖਾਊ ਅੱਗੇ ਅੰਧਕਾਰੀ ਧੂਆਂ ਵਿਨਾਸ਼ ਹੈ, ਅਜੇ ਉਪਕਾਰ ਹੈ। ਪਹਾੜੀ ਝਰਨਿਆਂ ਦੀ ਇਬਾਦਤ ਕਰਕੇ ਸਮੁੰਦਰ ਅਤ ਵਿਸ਼ਾਲ ਹੈ, ਅਜੇ ਉਪਕਾਰ ਹੈ। ਹਵਾ ਦੇ ਝੋਂਕਿਆਂ ਨਾਲ ਹੀ ਜ਼ਿੰਦਗਾਨੀ ਮਹਿਕ ਬਹਾਰ ਹੈ, ਅਜੇ ਉਪਕਾਰ ਹੈ। ਧੂਪ ਦੀਪ ਪਾਠ ਕਥਾ ਕੀਰਤਨ ਬਿਨਾ ਮੰਦਰ ਮਸਜਿਦ ਭਲਾ ਗੁਰਦੁਆਰਾ ਸੁਣ, ਉਪਕਾਰ ਅਜੇ ਜੇ ਭਲਾ ਨਾ ਹੁੰਦਾ ਸੁਨੀਤਾ ਇਹ ਜਗਤ ਬ੍ਰਹਿਮੰਡ ਨਜ਼ਰਸਾਨ ਨਾ ਹੁੰਦਾ, ਉਪਕਾਰ ਹੈ। ਮਤਲਬ ਹਰ ਇੱਕ ਚੀਜ਼ ਆ ਉਹ ਸਾਨੂੰ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਹੈ, ਸਾਡੇ ਨਾਲ ਕੋਈ ਵੀ ਜੁੜੀ ਹੈ, ਚਾਹੇ ਉਹ ਸਾਡੇ ਮਤਲਬ ਕੁਝ ਵੀ ਹੈ, ਸਾਡੀ ਦਹਲੀਜ਼ ਦਾ ਦਰਵਾਜ਼ੇ ਤੋਂ ਲੈ ਕੇ ਮਤਲਬ ਕੁਝ ਵੀ ਹੈ, ਉਹ ਸਾਨੂੰ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਅਸੀਂ ਤੁਹਾਡੇ ਕਮਰੇ ਵਿੱਚ ਐਂਟਰ ਕੀਤਾ ਸੀ, ਤੁਹਾਡੇ ਘਰੇ ਆਏ, ਤੁਸੀਂ ਕਹਿੰਦੇ ਮੈਂ ਰੋਜ਼ ਸ਼ਾਮ ਨੂੰ ਨਹਾ ਧੋ ਕੇ ਧੂਪ ਬੱਤੀ ਕਰਦੀ ਹਾਂ, ਜੋਤ ਜਗਾਉਂਦੇ ਹੋ। ਸਵਾਮੀ ਵਿਵੇਕਾਨੰਦ ਜੀ ਨੇ ਇੱਕ ਵਾਰੀ ਗੱਲ ਕਹੀ ਸੀ ਕਿ ਜਦੋਂ 5 ਸਾਲ ਦਾ ਬੱਚਾ ਮੰਦਰ ਚ ਆਉਂਦਾ ਤਾਂ ਮੈਨੂੰ ਦੁੱਖ ਨਹੀਂ ਹੁੰਦਾ, ਪਰ ਜਦੋਂ ਇੱਕ 85 ਸਾਲ ਦਾ ਬਜ਼ੁਰਗ ਮੰਦਰ ਚ ਆਉਂਦਾ ਮੈਨੂੰ ਦੁੱਖ ਹੁੰਦਾ ਹੈ, ਕਿਉਂਕਿ ਉਹ ਮੰਦਰ ਜਿਹਦੀ ਉਹ ਗੱਲ ਕਰ ਰਹੀ ਨੇ, ਮੰਦਰ ਸਾਡੇ ਅੰਦਰ ਹੈ ਨਾ। ਕਹਿੰਦੇ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ, ਐਵਰੀਥਿੰਗ ਇਜ਼ ਇਨਸਾਈਡ ਐਂਡ ਵੀ ਆਰ ਲੁਕਿੰਗ ਆਊਟਸਾਈਡ, ਅਸੀਂ ਬਾਹਰ ਲੱਭ ਰਹੇ ਹਾਂ। ਸੋ ਮੈਂ ਥੋੜੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ, ਮੈਂ ਬਸ ਇਹ ਪੁੱਛਣਾ, ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਧੂਪ ਬੱਤੀਆਂ ਕਰਨ ਨਾਲ ਰੱਬ ਮਿਲਦਾ ਹੈ? ਨਹੀਂ ਦੇਖੋ, ਮੈਨੂੰ ਇਹ ਆ, ਇੱਕ ਤਾਂ ਹੁੰਦੀ, ਮੈਂ ਇਹਦੇ ਤੁਹਾਨੂੰ ਹੁਣ ਡਿਫਾਈਨ ਕਰਦੀ ਹੈ, ਇੱਕ ਤਾਂ ਹੁੰਦੀ ਪਖੰਡ 14। ਪਖੰਡ 14 ਕਿਆ ਹੈ? ਜਿਹੜੀ ਸਾਡੀ ਨਕਾਰਾਤਮਕ ਊਰਜਾ ਦੇਵੇ, ਪੋਜ਼ਿਟਿਵ ਜਿੱਥੋਂ ਸਾਨੂੰ ਮਿਲਦਾ ਹੈ ਤਾਂ ਉਹ ਸਾਡੀ ਜਿਹੜੀ ਆ ਮਤਲਬ ਉਹ ਸਾਡਾ ਵਿਸ਼ਵਾਸ ਵੀ ਹੈ, ਤੇ ਸਕਾਰਾਤਮਕ ਊਰਜਾ, ਮੈਨੂੰ ਇਹ ਲੱਗਦਾ ਵੀ ਸਕਾਰਾਤਮਕ ਊਰਜਾ ਜ਼ਰੂਰ ਲੈਣੀ ਚਾਹੀਦੀ ਆ। ਚਾਹੇ ਤੁਸੀਂ ਮਤਲਬ ਘਰ 'ਚ ਧੂਪ ਕਰਦੇ, ਵਾਤਾਵਰਨ ਕਿੰਨਾ ਸੋਹਣਾ ਹੋ ਜਾਂਦਾ ਹੈ। ਦੇਖੋ ਦੋਨੋਂ ਟਾਈਮ ਹੈ, ਸਾਰਾ ਦਿਨ ਅਸੀਂ ਬਾਹਰ ਰਹਿੰਦੇ, ਧੂੜ ਧੱਪਾ ਕਿੰਨਾ, ਆਪਣੇ ਆਪ ਨੂੰ ਸਾਫ਼ ਸੁਥਰਾ ਵੀ ਰੱਖਣਾ ਚਾਹੀਦਾ ਕਿ ਨਹੀਂ? ਇਹ ਹੈ ਨਾ, ਇੱਕ ਬਹਾਨੇ ਦਾ ਤੁਸੀਂ ਆਪਣਾ ਮਤਲਬ, ਇਹ ਮੇਰੀ ਨਾਨੀ ਨੇ ਮੈਨੂੰ ਆਦਤ ਪਾਈ ਹੋਈ ਆ, ਅਮਰ ਕੌਰ ਮੇਰੀ ਨਾਨੀ ਸੀ, ਤੇ ਸ਼ੁਰੂ ਤੇ ਉਹਨਾਂ ਨੂੰ ਦੇਖ ਕੇ ਵੀ ਇਹ ਦੋਨੋਂ ਟਾਈਮ ਚਲੋ ਮੇਰੀ ਚੀਜ਼ ਮੇਰੇ 'ਚ ਆ ਗਈ, ਪਰ ਮੈਂ ਇੱਦਾਂ ਨਹੀਂ ਸੋਚਿਆ ਵੀ ਰੱਬ ਤਾਂ ਮੰਦਰ 'ਚ ਹੈ, ਮੈਂ ਤੁਹਾਨੂੰ ਕਿਹਾ ਵੀ ਇਨਸਾਨਾਂ 'ਚ ਰੱਬ ਵਸਦਾ ਹੈ, ਮੈਂ ਇਹ ਨਹੀਂ ਕਿਹਾ ਹੈਗਾ, ਪਰ ਇਹ ਹੈ ਵੀ ਜਿੱਥੋਂ ਸਾਨੂੰ ਪੋਜ਼ਿਟਿਵਿਟੀ ਮਿਲਦੀ ਆ ਤਾਂ ਉੱਥੋਂ ਸਾਨੂੰ ਲੈਣੀ ਚਾਹੀਦੀ ਆ। ਉਹ ਬਹੁਤ ਅੱਛਾ ਲੱਗਦਾ ਹੈ, ਤੁਸੀਂ ਕਿਸੇ ਮਤਲਬ ਫੋਟੋ ਜਾਂ ਗੁਰਦੁਆਰੇ 'ਚ ਜਾਂਦੇ ਹੋ, ਕਿੰਨਾ ਮਤਲਬ ਤੁਸੀਂ ਤੁਹਾਡੀ ਮਨ ਦੇ ਜਿਹੜਾ ਤੁਹਾਡੇ ਮਤਲਬ ਕਿੰਨਾ ਕੁਛ ਸਾਡੀ ਲਾਈਫ ਦੇ ਵਿੱਚ ਇਹ ਵੀ ਹੁੰਦਾ ਨਾ, ਥੋੜ੍ਹਾ ਬਹੁਤ ਹੀ ਚਲੋ ਮਾੜਾ ਮੋਟਾ ਹੋ ਜਾਂਦਾ ਕਿਸੇ ਨਾਲ ਇਹ ਮਤਲਬ ਨੈਗੇਟਿਵਿਟੀਜ਼ ਤੋਂ, ਫਿਰ ਉਹ ਤੁਹਾਨੂੰ ਤੁਸੀਂ ਜਿਹੜਾ ਵਾਪਸ ਆ ਜਾਂਦੇ ਹੋ ਆਪਣੇ 'ਚ। ਹਾਂ,
ਤੇ ਐਵੇਂ ਨਹੀਂ, ਮਤਲਬ ਮੰਦਿਰ ਗੁਰਦੁਆਰੇ ਦੀ ਆਪਣੀ ਜਿਹੜੀ ਇੱਕ ਆਪਣਾ ਸਥਾਨ ਹੈ, ਧੂਪ ਬੱਤੀ ਦਾ ਆਪਣਾ ਸਥਾਨ ਹੈ। ਲੇਖਕ ਹੁੰਦੇ ਨੇ, ਸਾਹਿਤਕਾਰ ਹੁੰਦੇ ਨੇ, ਕਹਿੰਦੇ ਨਾ ਚਣੱਕਿਆ ਕਹਿੰਦੇ ਨੇ ਜਦੋਂ ਤੱਕ ਅਸੀਂ ਬੋਲਦੇ ਹਾਂ ਅਸੀਂ ਸਿਰਫ ਉਹੀ ਬੋਲਦੇ ਹਾਂ ਜੋ ਅਸੀਂ ਸਿੱਖਿਆ ਹੁੰਦਾ ਜਾਂ ਪੜ੍ਹਿਆ ਹੁੰਦਾ, ਪਰ ਜਦੋਂ ਅਸੀਂ ਕਿਸੇ ਦੂਜੇ ਨੂੰ ਸੁਣਦੇ ਹਾਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ। ਸੋ ਕਿਹਨੂੰ ਪੜ੍ਹਨਾ ਪਸੰਦ ਕਰਦੇ ਹੋ ਸਾਡੇ ਦਰਸ਼ਕਾਂ ਨੂੰ ਦੱਸੋਗੇ? ਕੁਝ ਬੁੱਕਸ ਰਿਕਮੈਂਡ ਕਰੋ ਜਿਨ੍ਹਾਂ ਦੀ ਬੁੱਕਸ ਨੂੰ ਪੜ੍ਹ ਕੇ ਇਨਲਾਈਟਨਮੈਂਟ ਦੇ ਪਾਥ ਤੇ ਅਸੀਂ ਚੱਲਣ। ਕਿਹੜੀਆਂ, ਕਿਹਨਾਂ ਨੂੰ ਮਤਲਬ ਜ਼ਿਆਦਾ ਮਹੱਤਤਾ ਦਿੰਦੇ ਹੋ, ਕਿਹਨਾਂ ਦੀ ਬੁੱਕਸ ਪੜ੍ਹਨੀਆਂ ਚਾਹੀਦੀਆਂ, ਜਾਂ ਤੁਸੀਂ ਕਿਹਨਾਂ ਨੂੰ ਆਈਡਲ ਮੰਨਦੇ ਹੋ ਆਪਣਾ? ਦੇਖੋ, ਬੁੱਕ ਤਾਂ ਮੈਂ ਕੋਈ ਉਹ ਨਹੀਂ ਕਰਦੀ ਹੈਗੀ ਵੀ ਕੋਈ ਕਿਤਾਬ ਕੋਈ ਮਾੜੀ ਨਹੀਂ ਹੁੰਦੀ ਹੈਗੀ। ਜਿਨ੍ਹਾਂ ਲਿਖਿਆ ਹੁੰਦਾ ਹੈ, ਜਿਨ੍ਹਾਂ ਵੀ ਮਤਲਬ ਕੰਮ ਕੀਤਾ ਹੈ ਰਿਸਰਚ ਦਾ, ਤਾਂ ਉਹਦੇ 'ਚ ਉਹਦੀ ਮਤਲਬ ਜਿਹੜੀ ਮਿਹਨਤ ਵੀ ਹੁੰਦੀ ਆ, ਔਰ ਸੋਸਾਇਟੀ ਨੂੰ ਕੁਝ ਸੇਧ ਵੀ ਹੁੰਦੀ ਆ ਜੇ ਅਸੀਂ ਚੰਗਾ ਪੱਖ ਪਕੜ ਕੇ ਚੱਲਦੇ ਹੋ। ਠੀਕ ਹੈ, ਬਾਕੀ ਦੇਖੋ ਜੀ, ਕੋਈ 16 ਕਲਾ ਸੰਪੂਰਨਤਾ ਹੁੰਦਾ ਨਹੀਂ ਹੈਗਾ। ਤੇ ਜੇ ਫੋਕ ਦੇ ਐਂਗਲ ਤੋਂ ਗੱਲ ਕਰੀਏ, ਡਾਕਟਰ ਸੁਹਿੰਦਰ ਸਿੰਘ ਬੰਜਾਰਾ ਬੇਦੀ ਜੀ, ਉਹਨਾਂ ਨੂੰ ਇੱਕ ਸੰਸਥਾ ਹੋਣ ਦਾ ਮਾਣ ਹੈ। ਤੇ ਉਹ ਜਿਹੜੇ ਆ, ਮੈਂ ਉਹਨਾਂ ਨੂੰ ਬਹੁਤ ਮਤਲਬ ਪੜ੍ਹਿਆ ਹੈ ਤੇ ਪੜ੍ਹਨਾ ਚਾਹੀਦਾ ਹੈ। ਫੋਕ ਨੂੰ ਲੈ ਕੇ ਤੁਹਾਨੂੰ ਹਰ ਇੱਕ ਚੀਜ਼ ਦੀ ਨੌਲੇਜ ਮਿਲਦੀ ਹੈ। ਸਾਡੇ ਬਾਕੀ ਮਹਾਨ ਕੋਸ਼ ਭਾਈ ਕਾਂ ਸਿੰਘ ਨਾਭਾ ਜੀ ਦਾ ਲਿਖਿਆ ਹੋਇਆ ਹੈ, ਹਰਕੀਰਤ ਸਿੰਘ ਦਾ ਲਿਖਿਆ ਹੋਇਆ, ਉਹ ਕੋਸ਼ਾਂ ਨੂੰ ਵੀ ਮਤਲਬ ਦੇਖਣਾ, ਨਵੀਂ ਸ਼ਬਦਾਵਲੀ ਸਿੱਖਣੀ ਚਾਹੀਦੀ ਹੈ। ਮੈਨੂੰ ਐਂ ਲੱਗਦਾ ਹੁੰਦਾ ਵੀ ਜਿੰਨੀ ਭਾਸ਼ਾ ਸਾਡੇ ਕੋਲ ਹੋਣ ਉਨਾ ਹੀ ਵਧੀਆ ਹੈ। ਔਰ ਭਾਸ਼ਾ ਇਹ ਨਹੀਂ ਹੈਗਾ ਵੀ ਮਤਲਬ ਅੱਖਾਂ ਨਾਲ ਦੇਖਦੇ ਰਹੋ, ਤੁਸੀਂ ਬੋਲੋ ਨਾ। ਠੀਕ ਆ, ਬੋਲਣ ਤੇ ਜੇ ਅਸੀਂ ਨਹੀਂ ਬੋਲਾਂਗੇ ਉਹ ਸਾਡੇ ਗਲੇ 'ਚ ਦੱਬ ਕੇ ਮਰ ਜਾਂਦੀ ਹੈ। ਤੇ ਇਸ ਕਰਕੇ ਇਹ ਆ ਵੀ ਚੰਗਾ ਸਿੱਖੋ, ਚੰਗਾ ਬੋਲੋ। ਸੋ ਇੱਕ ਔਰਤ ਹੋਣ ਦੇ ਨਾਤੇ ਹੈ ਨਾ, ਔਰਤ ਨੂੰ ਸਹਿਨਸ਼ੀਲਤਾ ਦੀ ਮੂਰਤ ਕਿਹਾ ਗਿਆ ਹੈ। ਕੀ ਓਬਜ਼ਰਵ ਕੀਤਾ ਸਮਾਜ ਦੇ ਵਿੱਚੋਂ? ਕੋਈ ਔਰਤ ਨੂੰ ਕਿਵੇਂ ਡਿਸਕ੍ਰਾਈਬ ਕਰੋਗੇ? ਕੀ ਮਹਿਸੂਸ ਕਰਦੇ ਹੋ? ਔਰਤ ਹੋਣਾ ਬਹੁਤ ਵਧੀਆ ਗੱਲ ਆ। ਤੇ ਮੈਂ ਤਾਂ ਹਮੇਸ਼ਾ ਔਰਤ ਰੂਪ ਨੂੰ ਬਹੁਤ, ਮੈਂ ਕਹਿੰਦੀ ਇਹ ਆ ਪਰਮਾਤਮਾ ਨੇ ਇਹ ਜਿਹੜਾ ਵਰਦਾਨ ਜੀਵ ਨੂੰ ਦਿੱਤਾ ਹੈ ਔਰਤ ਰੂਪ ਦੇ ਵਿੱਚ, ਇਹ ਬਹੁਤ ਵੱਡੀ ਗੱਲ ਹੈ। ਤੇ ਮੈਂ ਆਪਣੇ ਆਪ ਨੂੰ ਨਾ ਕਦੇ ਵੀ ਇਹ ਨਹੀਂ, ਮੈਂ ਬਹੁਤ ਅਸੀਂ ਦੇਖਿਆ ਹੈ ਵੀ ਕੋਈ ਮੋਸਟਲੀ ਕੁੜੀਆਂ ਦੀ ਤਮੰਨਾ ਇਹ ਹੁੰਦੀ ਹੈ ਵੀ ਅਸੀਂ ਕਾਸ਼ ਮੁੰਡੇ ਹੁੰਦੇ ਹੈ ਨਾ, ਤੇ ਅਸੀਂ ਇਹ ਸੁਣਦੇ ਵੀ ਹੈਗੇ ਆ। ਤੇ ਮੈਂ ਤਾਂ ਜੋ ਆਪਣੇ ਆਪ ਨੂੰ ਜੋ ਰੱਖਿਆ ਹੈ, ਮੈਂ ਔਰਤ ਰੂਪ ਦੇ ਵਿੱਚ ਬਹੁਤ ਖੁਸ਼ ਹੈ। ਮੈਂ ਕਹਿੰਦੀ ਪ੍ਰਮਾਤਮਾ ਹਰ ਮਤਲਬ ਮਮਤਾ ਦੀ ਇੱਕ ਜਿਹੜੀ ਮੂਰਤ ਹੈ, ਮਮਤਾ ਦਾ ਸਾਗਰ ਹੈ ਜਿੰਨਾ ਔਰਤ ਦੇ ਵਿੱਚ ਹੁੰਦਾ ਹੈ ਨਾ। ਤੇ ਉਹ ਚਲੋ ਹੈ ਜੈਂਟਸ 'ਚ ਵੀ ਹੁੰਦਾ ਹੈ ਤੇ ਉਹ ਲੇਡੀਜ਼ 'ਚ ਥੋੜ੍ਹਾ ਜ਼ਿਆਦਾ ਹੁੰਦਾ ਹੈ। ਤੇ ਔਰਤ ਜਿਹੜੀ ਆ ਦਹਲੀਜ਼ ਨੂੰ ਲੈ ਕੇ ਮਤਲਬ ਜਿਹੜੀ ਜ਼ਿਆਦਾ ਜੁੜੀ ਹੁੰਦੀ ਆ, ਆਪ ਬੰਦੇ ਨੇ ਤਾਂ ਬਾਹਰ ਜਾਣਾ ਕਮਾਉਣਾ ਹੈ ਨਾ, ਤੇ ਉਹ ਜ਼ਿਆਦਾ ਮਤਲਬ ਜਿਹੜਾ ਘਰ ਨੂੰ ਸੋਹਣਾ ਬਣਾਉਂਦੀ ਆ ਉਹ ਔਰਤ ਦੇ ਮਤਲਬ ਹੱਥਾਂ 'ਚ ਹੁੰਦਾ ਹੈ। ਤੇ ਔਰਤ ਰੂਪ ਵਿੱਚ ਮਤਲਬ ਕਦੇ ਇਹ ਨਹੀਂ ਕਰਨਾ ਚਾਹੀਦਾ, ਨਾਰਾਜ਼ ਨਹੀਂ ਹੋਣਾ ਚਾਹੀਦਾ ਕਿ ਮੈਂ ਔਰਤ ਰੂਪ ਦੇ ਵਿੱਚ ਆਈ ਹੈ। ਮੈਂ ਹਮੇਸ਼ਾ ਬਹੁਤ ਖੁਸ਼ ਹੁੰਦੀ ਹਾਂ ਕਿ ਮੈਂ ਔਰਤ ਆਉਣ ਵਾਲੇ ਜਨਮਾਂ 'ਚ ਵੀ ਔਰਤ ਹੀ ਬਣਾ। ਮੈਂ ਵੀ ਬਹੁਤ ਖੁਸ਼ ਹਾਂ ਕਿ ਰੱਬ ਨੇ ਮੈਨੂੰ ਔਰਤ ਬਣਾਇਆ। ਔਰਤ ਸੱਚੀ ਪਿਆਰ ਦੀ ਮੂਰਤ ਹੁੰਦੀ ਹੈ। ਜਿਵੇਂ ਕਿਸੇ ਨੇ ਬਹੁਤ ਵਧੀਆ ਕਿਹਾ ਸੀ ਕਿ ਜਿਹੜਾ ਪੁਰਸ਼ ਹੁੰਦਾ ਹੈ ਉਹ ਔਰਤ ਨੂੰ ਪੁਲ ਸੋਚਦਾ ਹੈ, ਪਿਆਰ ਦਾ ਪੁਲ ਹੈ, ਤੇ ਉਹਦੇ ਉੱਪਰੋਂ ਲੰਘ ਕੇ ਉਹ ਟੱਪ ਕੇ ਪਾਰ ਚਲੇ ਜਾਣਾ ਚਾਹੁੰਦਾ ਹੈ। ਪਰ ਔਰਤ ਜਿਹੜੀ ਹੁੰਦੀ ਹੈ ਪੁਰਸ਼ ਨੂੰ ਸਾਗਰ ਸਮਝਦੀ ਹੈ, ਪਿਆਰ ਦਾ ਸਾਗਰ, ਤੇ ਉਹਦੇ ਵਿੱਚ ਉਹ ਡੁੱਬ ਜਾਣਾ ਚਾਹੁੰਦੀ ਹੈ। ਪਰ ਮਰਦ ਨੂੰ ਡੁੱਬਣ ਨਹੀਂ ਦਿੰਦਾ, ਉਹਨੂੰ ਯੂਜ਼ ਕਰਕੇ ਅੱਗੇ ਲੰਘ ਜਾਂਦਾ ਹੈ, ਲੈਂਡ ਕੱਟ ਦਿੰਦੀ ਆ। ਮੈਂ ਕਦੇ ਉਹ ਨਹੀਂ ਕਰਦੀ। ਜੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ, ਜੇ ਤੁਹਾਡੀ ਅੰਡਰਸਟੈਂਡਿੰਗ ਆ, ਤੁਹਾਡੇ ਸੰਸਕਾਰ ਅੱਛੇ ਆ, ਤਾਂ ਤੁਹਾਨੂੰ ਹਰ ਰਿਸ਼ਤੇ 'ਚੋਂ ਵਾਸ਼ਨਾ ਮਿਲੇਗੀ। ਪਹਿਲਾਂ ਇਹ ਆ ਵੀ ਸਾਡੇ 'ਚ ਕੋਈ ਮਤਲਬ ਸਾਡੇ 'ਚ ਵੀ ਕੋਈ ਕਮੀ ਹੁੰਦੀ ਆ ਤੇ ਅੱਗੋਂ ਸਾਨੂੰ ਉਹੀ ਮਤਲਬ ਜਿਹੜੀ ਆ ਸਾਨੂੰ ਊਰਜਾ ਮਿਲਦੀ ਹੈ ਨਾ। ਤੇ ਠੀਕ ਹੈ, ਮਤਲਬ ਜਿਹੜਾ ਆਦਮੀ ਤੇ ਜਿਹੜਾ ਜ਼ਿਆਦਾ ਭਾਰ ਹੁੰਦਾ ਹੈ ਲੇਡੀਜ਼ ਨਾਲੋਂ, ਤੇ ਬਾਹਰੋਂ ਕਮਾਣਾ, ਤੁਸੀਂ ਸ਼ਾਮ ਨੂੰ ਰੋਟੀ, ਅਸੀਂ ਚੁੱਲ੍ਹਾ ਤਾਂ ਹੀ ਬਾਲਾਂਗੇ ਨਾ ਜੇ ਬੰਦਾ ਮਤਲਬ ਬਾਹਰੋਂ ਲੱਕੜੀ ਲੈ ਕੇ ਆਏਗਾ, ਐਵੇਂ ਥੋੜ੍ਹਾ ਬਲੇਗਾ ਹੈ ਨਾ। ਤੇ ਮੈਂ ਇਹ ਬਰਾਬਰ ਇਹ ਮਤਲਬ ਰੱਖ ਕੇ ਚੱਲਦੀ ਆ ਵੀ ਤੀਵੀਂ ਆਦਮੀ ਦਾ ਬੜਾ ਉਹ ਹੁੰਦਾ ਹੈ ਘਰ ਨੂੰ ਸੋਹਣਾ ਬਣਾਉਣ ਦੇ ਵਿੱਚ, ਸੋਸਾਇਟੀ ਨੂੰ ਵਧੀਆ ਬਣਾਉਣ ਵਿੱਚ। ਤੇ ਇਸ ਚੀਜ਼ ਨੂੰ ਮੈਨੂੰ ਆਹ ਲੱਗਦਾ ਵੀ ਐਂ ਨਹੀਂ ਹੋਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਇੱਕ ਬੋਲੀ ਸੁਣਾ ਦਿੰਦੀ ਹਾਂ। ਫੁੱਲ ਵਿਕਣੇ ਆਏ ਵੇ ਰਾਂਝਣਾ ਟਕੇ ਟਕੇ ਦੀ ਜੋੜੀ, ਫੁੱਲ ਵਿਕਣੇ ਆਏ ਵੇ ਰਾਂਝਣਾ ਟਕੇ ਟਕੇ ਦੀ ਜੋੜੀ, ਦੋ ਸਾਨੂੰ ਵੀ ਲੈ ਦੇ ਵੇ ਰਾਂਝਣਾ ਮਾਂ ਆਪਣੀ ਤੋਂ ਚੋਰੀ। ਫੁੱਲ ਖਰੀਦੋ, ਫੁੱਲ ਲਓ, ਪਰ ਆ ਚੋਰੀਆਂ ਯਾਰੀਆਂ ਨਹੀਂ ਹੋਣੀਆਂ ਚਾਹੀਦੀਆਂ। ਤੇ ਉਹਦੇ ਨਾਲ ਕਿਹਾ ਤੁਹਾਡੇ ਰਿਸ਼ਤੇ ਖਰਾਬ ਹੁੰਦੇ ਆ। ਇੱਕ ਅੱਧੀ ਬੋਲੀ ਹੋਰ ਸੁਣਾ ਦਿਓ ਤੁਸੀਂ, ਹੈ ਨਾ। ਫੋਕ ਲੋਕ ਨਾਚ ਦੇ ਵੀ ਹੈ ਨਾ ਪ੍ਰੈਕਟਿਸ ਵੀ ਕਰਵਾਉਂਦੇ ਹੋ, ਹੈ ਨਾ, ਉਹਦੇ ਹੋਈ ਤੁਸੀਂ ਇਹ PhD ਕੀਤੀ ਹੋਈ ਹੈ ਨਾ। ਸੋ ਇਹਦੇ ਤੇ ਇੱਕ ਹੋਰ ਬੋਲੀ ਸੁਣਾ ਦਿਓ ਥੋੜੀ ਜੀ ਪਿਆਰੀ ਜੀ ਕੋਈ। ਸਿਖਰ ਦੁਪਹਿਰੇ ਵੰਗਾ ਵਾਲਾ ਆ ਗਿਆ, ਫਿਰ ਗਿਆ ਗਲੀਓ ਗਲੀ ਜੀ ਭਲਾ ਸਈਓ ਮੇਰੀਓ, ਫਿਰ ਗਿਆ ਗਲੀਓ ਗਲੀ।
ਸੱਸ ਨੂੰ ਵੀ ਆਖਿਆ ਨਨਾਣ ਨੂੰ ਵੀ ਆਖਿਆ ਜੀ ਆਪੇ ਵੰਗਾ ਲਈਆਂ ਮੈਂ ਚੜਾ ਨੀ ਭਲਾ ਸਈਓ ਮੇਰੀਓ ਆਪੇ ਵੰਗਾ ਲਈਆਂ ਮੈਂ ਚੜਾ ਬਾਹਰੋਂ ਆਇਆ ਹੱਸਦਾ ਤੁਸਦਾ ਭਾਬੀਆਂ ਨੇ ਦਿੱਤਾ ਜੀ ਸਿਖਾ ਨੀ ਭਲਾ ਸਈਓ ਮੇਰੀਓ ਭਾਬੀਆਂ ਨੇ ਦਿੱਤਾ ਜੀ ਸਿਖਾ ਅੰਦਰ ਵੜਿਆ ਰੰਗੀਨ ਡੰਡਾ ਫੜਿਆ ਚੂੜੀਆਂ ਦਾ ਕਰ ਤੱਕ ਪਾ ਨੀ ਭਲਾ ਸਈਓ ਮੇਰੀਓ ਚੂੜੀਆਂ ਦਾ ਕਰ ਤੱਕ ਪਾ ਹੈ ਨਾ। ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਰੱਬ ਅੱਗੇ ਦੁਆ ਵੀ ਕਰਦੇ ਆ ਕਿ ਜਿਹੜੇ ਤੁਸੀਂ ਸਮਾਜ ਦੀਆਂ ਗੱਲਾਂ ਕਰਦੇ ਹੋ ਸਮਾਜ ਸਾਨੂੰ ਦੇਖਣ ਨੂੰ ਮਿਲੇ। ਪਹਿਲਾਂ ਹੈ ਕਿ ਐਜੂਕੇਸ਼ਨ ਦਿੱਤੀ ਜਾਵੇ ਹਰ ਇੱਕ ਬੱਚੇ ਨੂੰ, ਹੈ ਨਾ। ਇਲਿਟਰੇਸੀ ਅਨਪੜ੍ਹਤਾ ਕਰਕੇ ਹੀ ਇਹ ਜੋ ਵੀ ਹੋ ਰਿਹਾ ਉਹਦੇ ਕਰਕੇ ਹੋ ਰਿਹਾ। ਸੋ ਸਾਡੇ ਦਰਸ਼ਕਾਂ ਨੂੰ ਇੱਕ ਪਿਆਰਾ ਜਿਹਾ ਸੁਨੇਹਾ ਦੇ ਦਿਓ ਡਾਕਟਰ ਸੁਨੀਤਾ ਰਾਣੀ ਜੀ। ਮੇਰਾ ਵੈਸੇ ਮੈਂ ਹੀ ਸਮਾਜ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਫਿਰ ਵੀ ਇੱਕ ਮਤਲਬ ਮੈਂ ਇਹ ਕਹੂੰਗੀ ਵੀ ਜਿਹੜਾ ਸਾਡਾ ਸਮਾਜ ਹੈ ਨਾ ਉਹ ਫੁੱਲਾਂ ਦਾ ਗੁਲਦਸਤਾ ਹੈ ਨਾ। ਇਹਦੇ 'ਚ ਹਮੇਸ਼ਾ ਹੀ ਮਹਿਕ ਆਉਣੀ ਚਾਹੀਦੀ ਆ, ਠੀਕ ਹੈ। ਜਿਹੜਾ ਮਤਲਬ ਇਹ ਹੈ ਨਾ ਕੂੜਾਦਾਨ ਨਹੀਂ ਅਸੀਂ ਬਣ ਦੇਣਾ ਹੈਗਾ ਸਮਾਜ ਨੂੰ। ਸਾਡੇ ਰਿਸ਼ਤਿਆਂ ਨੂੰ, ਸਾਡੇ ਘਰ ਨੂੰ, ਪਰਿਵਾਰ ਨੂੰ ਭਾਗ ਲੱਗਣੇ ਚਾਹੀਦੇ ਆ। ਇਹ ਭਾਗਾਂ ਨਾਲ ਹੀ ਸੌਂਦੇ ਆ। ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਕਹਿੰਦੇ ਡਰਾਇਆ ਸੀ ਡਰੇ ਨਹੀਂ ਬਸ ਇੰਨਾ ਹੀ ਕਾਫੀ ਹੈ, ਅਣਖ ਦੇ ਸੌਦੇ ਕਰੇ ਨਹੀਂ ਬਸ ਇੰਨਾ ਹੀ ਕਾਫੀ ਹੈ। ਮਤਲਬ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ, ਦਰਦ ਭਰੀਆਂ ਵੀ ਨੇ ਤੇ ਵਧੀਆ ਸੇਧ ਦਿੰਦੇ ਨੇ ਇਹ ਸਮਾਜ ਨੂੰ। ਸੋ ਅਸੀਂ ਵੀ ਉਮੀਦ ਕਰਦੇ ਹਾਂ ਜਿਹੇ ਜੀ ਸਮਾਜ ਨੂੰ ਅਸੀਂ ਦੇਖਦੇ ਹਾਂ, ਰੰਗਲਾ ਪੰਜਾਬ, ਸੋਹਣੇ ਸੋਹਣੇ ਰਿਸ਼ਤੇ, ਜਿੱਥੇ ਪਿਆਰ ਸੀ, ਜਿੱਥੇ ਲੋਕ ਮੋਬਾਈਲਾਂ ਤੇ ਨਹੀਂ ਲੱਗਦੇ ਸੀ, ਗੱਲਾਂ ਕਰਦੇ ਸੀ, ਸਿਆਣਿਆਂ ਕੋਲ ਬਹਿ ਕੇ ਉਹਨਾਂ ਦੀਆਂ ਲੱਤਾਂ ਘੁੱਟਦੇ ਸੀ। ਉਹ ਕੋਈ ਇਨਸਾਨ ਭਰਿਆ ਨਹੀਂ ਹੁੰਦਾ ਸੀ, ਉਹ ਖਾਲੀ ਹੁੰਦਾ ਸੀ। ਕਿਸੇ ਦੀ ਅੱਖਾਂ ਦੇ ਵਿੱਚ 24 ਘੰਟੇ ਹੰਝੂ ਨਹੀਂ ਹੁੰਦੇ ਸੀ ਕਿ ਕੋਈ ਆਵੇ ਮੇਰੀ ਗੱਲ ਸੁਣੇ। ਸੋ ਉਮੀਦ ਕਰਦੇ ਹਾਂ ਹੁਣ ਪਿਆਰ ਵਾਪਿਸ ਆ ਜਾਵੇ, ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਜਿਨ ਪ੍ਰੇਮ ਕਿਓ ਤਿਨ ਹੀ ਪਾਏ। ਸੋ ਪਿਆਰ ਵੰਡਿਆ ਕਰੋ, ਨਫ਼ਰਤ ਨਹੀਂ। ਮੈਂ ਰਾਧਿਕਾ ਸ਼ਰਮਾ ਗੱਲਾਂ ਬਾਤਾਂ ਕਰਵਾਉਂਦੀ ਰਵਾਂਗੀ ਸੋਹਣੀਆਂ ਸੋਹਣੀਆਂ ਰੂਹਾਂ ਦੇ ਨਾਲ, ਸ਼ਖਸੀਅਤਾਂ ਦੇ ਨਾਲ। ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ ਤੇ ਸੁਣਨ ਨੂੰ ਵੀ ਬਹੁਤ ਕੁਝ ਮਿਲੇਗਾ। ਸੋ ਬਣੇ ਰਹੋ ਏਤੀਮਾਨ ਚੈਨਲ ਦੇ ਨਾਲ। ਧੰਨਵਾਦ।